2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਤਲਵੰਡੀ ਸਾਬੋ ਵੱਲ ਇੱਕ ਸਹੁੰ ਖਾਧੀ ਸੀ ਕਿ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ। ਜੋ ਇੱਕ ਗੁਰੂ ਦਾ ਸਿੱਖ ਚਾਹੁੰਦਾ ਹੈ ਕਿ ਗੁਰੂ ਸਾਹਿਬ ਦੇ ਦੋਸ਼ੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੰਗਾਂ ਨੂੰ ਗਲੀਆਂ 'ਚ ਖਿਲਾਰਿਆ, ਉਹ ਹਾਲੇ ਤੱਕ ਜਿਹੜੇ ਆ ਉਹ ਸਲਾਖਾਂ ਪਿੱਛੇ ਨਹੀਂ। 2022 ਦੀਆਂ ਚੋਣਾਂ 'ਚ ਲੋਕ ਕਾਂਗਰਸ ਨੂੰ ਵੋਟ ਕਿਉਂ ਦੇਣ? ਕੈਪਟਨ ਅਮਰਿੰਦਰ ਸਿੰਘ ਨੇ ਦੇਖੋ 360 ਰੁਪਏ ਜਿਹੜਾ ਗੰਨੇ ਦਾ ਰੇਟ ਕੀਤਾ, ਜ਼ਿਮੀਂਦਾਰਾਂ ਨੂੰ ਬਚਾਉਣ ਲਈ ਕੀਤਾ। ਕੋਈ ਸਰਕਾਰ ਜਿਹੜੀ ਆ ਉਹ ਕੋਈ ਠੋਸ ਕਦਮ ਇਸ ਕਰਕੇ ਵੀ ਨਹੀਂ ਸੀ ਚੱਕ ਸਕਦੀ ਕਿ ਕੋਈ CBI ਕੋ ਕੇਸ ਸੀਗਾ, ਰੋਬ ਕਰਕੇ CBI ਨੂੰ ਦਿੱਤਾ ਗਿਆ ਸੀਗਾ। ਕਾਫੀ ਲੰਮਾ ਅਰਸਾ ਜਿਹੜਾ ਹੈਗਾ ਜਦੋਜਹਿਦ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸ ਕੇਸ ਨੂੰ CBI ਤੋਂ ਵਾਪਸ ਲਿਆਂਦਾ, ਪਰ ਫਿਰ ਵੀ ਉਸ ਮੌਕੇ ਦੇ ਦੌਰਾਨ ਬੇਅਦਬੀ, ਬਹਿਬਲ ਕਾਂਡ, ਇਹ ਸਾਰਾ ਜਿਹੜਾ ਵੱਖਰੇ ਜਿਹੜੇ FIRs ਹੋਈਆਂ, ਪੁਲਿਸ ਦੇ ਜਿਹੜੇ ਮੁਲਾਜ਼ਮ ਇਨਵੋਲਵ ਸੀਗੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ। ਉਹਨਾਂ ਦੇ ਉੱਤੇ ਕਾਫੀ ਹੱਦ ਤੱਕ ਸਰਕਾਰ ਨੇ ਆਪਣੇ ਪੱਖ ਗੁਰੂ ਮਹਾਰਾਜ ਦੇ ਹੱਕ ਦੇ ਵਿੱਚ ਜਾਂ ਉਹਨੂੰ ਸੰਗਤਾਂ ਦੀ ਜਸਟੀਫਿਕੇਸ਼ਨ ਵਾਸਤੇ, ਉਹਨਾਂ ਨੂੰ ਜਸਟਿਸ ਦੇਣ ਵਾਸਤੇ ਉਸ ਜਿਹੜਾ ਇਹ ਵਾਕਿਆ ਹੋਇਆ ਇਹਦੇ ਵੱਲ ਨੂੰ ਕਾਫੀ ਹੱਦ ਤੱਕ ਡਾਇਰੈਕਸ਼ਨ ਜਿਹੜੀ ਆ ਸਰਕਾਰ ਇਸ ਗੱਲ ਦੀ ਲੈ ਕੇ ਗਈ ਆ। ਕੁਝ ਸਮੇਂ ਪਹਿਲਾਂ ਸਮੇਤ ਸੈਣੀ ਜੀ ਨੂੰ ਵੀ ਉਸ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਪੁਲਿਸ ਸਟੇਸ਼ਨ ਆ ਕੇ ਹਵਾਲਾਤ ਦੇ ਵਿੱਚ ਜਾਣਾ ਪਿਆ। ਹੁਣ ਵੀ ਅਸੀਂ ਇਹ ਉਮੀਦਵਾਰ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਕਦੀ ਵੀ ਗੁਰੂ ਘਰ ਨਾਲ ਕੋਈ ਇਹੋ ਜਿਹਾ ਵਿਤਕਰਾ ਨਹੀਂ ਕਰ ਸਕਦੇ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਲਾਅ ਪੁਆਇੰਟ ਦੇ ਉੱਤੇ ਇਹੋ ਜਿਹਾ ਕੇਸ ਬਣੇ ਜਿਹਦੇ ਨਾਲ ਚਾਹੇ ਥੋੜ੍ਹਾ ਸਮਾਂ ਵੀ ਲੱਗ ਜਾਏ, ਪਰ ਉਸ ਸਮੇਂ ਦੇ ਨਾਲ ਉਹ ਚੀਜ਼ਾਂ ਸਾਹਮਣੇ ਆਉਣ ਜੋ ਸੱਚਾਈ ਬਿਆਨ ਕਰਦੀਆਂ ਹੋਣ। ਇੱਕ ਗੱਲ ਤਾਂ ਪੱਕੀ ਹੈ ਜੀ ਕਿ ਰਮਨਜੀਤ ਸਿੰਘ ਸਿੱਕੀ ਨੇ ਕਦੀ 65-35 ਵਾਲੀ ਰਾਜਨੀਤੀ ਨਹੀਂ ਕੀਤੀ, ਕਦੀ ਕੋਈ ਪਰਚਿਆਂ ਵਾਲੀ ਰਾਜਨੀਤੀ ਨਹੀਂ ਕੀਤੀ, ਵੈਰ ਵਿਰੋਧ ਵਾਲੀ ਰਾਜਨੀਤੀ ਨਹੀਂ ਕੀਤੀ। ਜਿਹੜੇ ਆਹ 3 ਕਾਨੂੰਨ ਬਣੇ ਆ ਉਹਨਾਂ ਦੇ ਉੱਤੇ ਵੀ ਜਿਹੜੀ ਅੰਦੋਲਨ ਚੱਲਿਆ ਹੈਗਾ, ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿੱਖ ਭਾਈਚਾਰੇ, ਸਾਰੇ ਕਿਸਾਨ ਭਾਈਚਾਰੇ ਨੂੰ ਆਪਣੇ ਪੰਜਾਬ ਦੇ ਵਿੱਚ ਕੋਈ ਰੋਕ ਹੀ ਨਹੀਂ ਕੀਤੀ। ਹਾਂ, ਨਸ਼ਿਆਂ ਦੀ ਪ੍ਰੋਬਲਮ ਕਿਸੇ ਹੱਦ ਤੱਕ ਹੈਗੀ ਆ, ਪਰ ਮੈਂ ਇਹ ਕਹਿੰਦਾ ਕਿ ਕਾਫੀ ਹੱਦ ਤੱਕ ਇਹਨੂੰ ਠੱਲ ਪਾਈ ਗਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। D5 ਪ੍ਰੋ ਪੰਜਾਬੀ TV ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਅਸੀਂ ਬੀਤੇ ਕੁਝ ਦਿਨਾਂ ਤੋਂ ਵੱਖ-ਵੱਖ ਸਿਆਸੀ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਰਹੇ ਹਾਂ, ਉਸੇ ਹੀ ਲੜੀ ਤਹਿਤ ਅੱਜ ਸਾਡੇ ਨਾਲ ਨੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਸਰਦਾਰ ਰਮਨਜੀਤ ਸਿੰਘ ਜੀ ਸਿੱਕੀ। ਉਹਨਾਂ ਨਾਲ ਅੱਜ ਅਸੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਉਹਨਾਂ ਦੇ ਸਿਆਸੀ ਸਫ਼ਰ ਬਾਰੇ ਗੱਲਬਾਤ ਕਰਾਂਗੇ। ਸਰਦਾਰ ਰਮਨਜੀਤ ਸਿੰਘ ਸਿੱਕੀ ਜੀ, ਤੁਹਾਡਾ D5 ਪ੍ਰੋ ਪੰਜਾਬੀ TV ਨੂੰ ਸਮਾਂ ਦੇਣ ਲਈ ਤੁਹਾਡਾ ਸਵਾਗਤ ਹੈ ਜੀ। ਸਾਰਿਆਂ ਨੂੰ ਪਹਿਲਾਂ ਤਾਂ ਮੈਂ D5 ਪ੍ਰੋ ਨਿਊਜ਼ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ, ਔਰ ਬੜਾ ਖੁਸ਼ਕਿਸਮਤ ਹੈ ਕਿ ਤੁਸੀਂ ਅੱਜ ਮੇਰੇ ਕੋਲ ਆਏ ਹੋ, ਆਪਾਂ ਵਿਚਾਰ ਵਟਾਂਦਰਾ ਕਰਨ ਲੱਗੇ ਹਾਂ। ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੱਕੀ ਸਾਹਿਬ, ਜਦੋਂ 2015 ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਜਿਹਦੇ ਨਾਲ ਕਿ ਦੁਨੀਆ ਭਰ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਉਹਨਾਂ ਦੇ ਹਿਰਦੇ ਵਿੰਦਰੇ ਗਏ, ਉਸ ਸਮੇਂ 'ਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਅਤੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਉਦੋਂ ਅਸਤੀਫਾ ਦਿੱਤਾ। ਕੀ ਉਦੋਂ ਮਨ ਦੇ ਵਿੱਚ ਖਿਆਲ ਆਏ, ਕੀ ਗੱਲ ਸੀਗੀ ਅਤੇ ਕਿਹੜੇ ਹਾਲਾਤਾਂ ਦੇ ਵਿੱਚ ਉਦੋਂ ਤੁਸੀਂ ਉਹ ਫੈਸਲਾ ਲਿਆ? ਇਹਦੇ ਬਾਰੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਪਾਓ। ਗੁਰੂ ਮਹਾਰਾਜ ਦੀ ਬੇਅਦਬੀ ਤਾਂ ਬੜੀ ਮੰਦਭਾਗਾ ਸਮਾਂ ਸੀ ਜੀ ਉਦੋਂ। ਉਹਦੇ ਵਿੱਚ ਪੂਰਾ ਪੰਜਾਬ ਹੀ ਇਸ ਰੋਸ ਦੇ ਵਿੱਚ ਬਹੁਤ ਜ਼ਿਆਦਾ ਹੀ ਉਦਾਸ ਸੀਗਾ। ਅਤੇ ਸਾਡੇ ਬਾਠ ਪਿੰਡ ਦੇ ਵਿੱਚ ਜਦੋਂ ਹੋਈ, ਮਹਾਰਾਜ ਸਾਹਿਬ ਦੇ ਅੰਗ ਜਿਹੜੇ ਆ ਉਹ ਉਹਨਾਂ ਦੀ ਬੇਅਦਬੀ ਕੀਤੀ ਗਈ,
ਤੇ ਮੈਂ ਐਜ਼ MLA ਉੱਥੇ ਗਿਆ ਸੀਗਾ ਤੇ ਉਸ ਵੇਲੇ ਜਾਣ ਲੱਗਿਆ ਕਮੇਟੀ ਨੇ ਸਾਨੂੰ ਇਹ ਕਹਿਤਾ ਕਿ ਵੀ ਸਿਆਸਤ ਨਾਲ ਜੁੜੇ ਹੋਏ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈਗਾ ਉਹ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਜਾਣਗੇ ਔਰ ਉਹ ਕਾਫੀ ਉਹ ਸਾਰਿਆਂ ਦਾ ਕਾਫੀ ਵੱਡਾ ਵਿਰੋਧ ਸੀਗਾ। ਤੇ ਉਸ ਵੇਲੇ ਫਿਰ ਮੈਂ ਕਿਉਂਕਿ ਮਹਾਰਾਜ ਦੇ ਦਰਸ਼ਨ ਕਰਨੇ ਸੀਗੇ ਤੇ ਇਸ ਕਰਕੇ ਫਿਰ ਮੈਂ ਆ ਕੇ ਉਹ ਅਸਤੀਫਾ ਜਿਹੜਾ ਹੈਗਾ ਉਹ ਦੇ ਕੇ ਤੇ ਦੂਸਰੇ ਦਿਨ ਮਹਾਰਾਜ ਦੇ ਦਰਸ਼ਨ ਕਰਨ ਗਿਆ ਔਰ ਬਾਅਦ ਦੇ ਵਿੱਚ ਉਹ ਸਰਕਾਰ ਨੇ ਉਸ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਸੀਗਾ। ਸਿੱਕੀ ਸਾਹਿਬ ਉਦੋਂ ਅਸਤੀਫਾ ਦਿੱਤਾ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਆ ਸਿਆਸੀ ਸਮੀਕਰਨ ਬਦਲੇ। ਇੱਥੋਂ ਜਿਮਣੀ ਚੋਣ ਦੇ ਵਿੱਚ ਤੁਸੀਂ ਉਹ ਇਲੈਕਸ਼ਨ ਪਾਰਟੀ ਵੱਲੋਂ ਜਦੋਂ ਬਾਈਕਾਟ ਕੀਤਾ ਗਿਆ, ਉਹ ਇਲੈਕਸ਼ਨ ਨਹੀਂ ਲੜੀ। ਉਸ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਉਹ ਇਲੈਕਸ਼ਨ ਲੜੀ, ਇੱਥੋਂ ਜਿੱਤੇ। ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਈ, ਅੱਜ ਸਰਕਾਰ 4.5 ਪੌਣੇ 5 ਸਾਲ ਹੋ ਗਏ, ਕਿ ਉੱਥੇ ਵਿਧਾਨ ਸਭਾ ਦੇ ਵਿੱਚ ਜਿਹੜਾ ਆ ਇਸ ਮਸਲੇ 'ਤੇ ਕੋਈ ਗੱਲਬਾਤ ਜਿਹੜੀ ਤੁਸੀਂ ਉੱਥੇ ਰੱਖੀ ਹੋਵੇ ਉਹਦੇ ਬਾਰੇ ਦਰਸ਼ਕਾਂ ਨਾਲ ਸਾਂਝ ਪਾਓ। ਇਹ ਅੰਡਰ ਇਨਵੈਸਟੀਗੇਸ਼ਨ ਸੀ ਕੇਸ ਜੀ ਔਰ ਉਸ ਦੇ ਵਿੱਚ ਜਦੋਂ ਸਾਡੀ ਸਰਕਾਰ ਆਈ, ਉਸ ਸਰਕਾਰ ਦੇ ਆਉਣ ਤੋਂ ਪਹਿਲਾਂ ਹੀ ਇਹ ਸਾਰਾ ਜਿਹੜਾ ਹੈਗਾ ਪ੍ਰੋਬ ਕਰਕੇ CBI ਨੂੰ ਦਿੱਤਾ ਗਿਆ ਸੀਗਾ। ਕਾਫੀ ਲੰਮਾ ਅਰਸਾ ਜਿਹੜਾ ਹੈਗਾ ਜਦੋਜਹਿਦ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸ ਕੇਸ ਨੂੰ CBI ਤੋਂ ਵਾਪਸ ਲਿਆਂਦਾ ਔਰ ਪਿਛਲੇ ਮੇਰਾ ਖਿਆਲ ਹੈ ਕੁਛ 1 ਸਾਲ ਦੇ ਤੋਂ ਵੀ ਘੱਟ ਸਮਾਂ ਹੋਇਆ ਜਦੋਂ ਇਹ ਸਮਾਂ ਆਇਆ। ਉਹਦੇ ਵਿੱਚੋਂ ਫਿਰ ਮੀਨਵਾਈਲ ਕਾਫੀ ਸਿੱਟ ਬਣਾਈਆਂ ਗਈਆਂ, ਇਨਵੈਸਟੀਗੇਸ਼ਨਸ ਕੀਤੀਆਂ ਗਈਆਂ। ਜਸਟਿਸ ਰਣਜੀਤ ਸਿੰਘ ਜੀ ਨੇ ਇਹ ਸਾਰੇ ਹਾਦਸੇ ਨੂੰ ਸਾਰਾ ਚੰਗੀ ਤਰ੍ਹਾਂ ਉਹਨਾਂ ਨੇ ਆਪਣੇ ਜੁਡੀਸ਼ੀਅਲ ਪ੍ਰੂਫ ਦੇ ਵਿੱਚ ਲਿਆਂਦਾ ਔਰ ਕਿਉਂਕਿ ਉਸ ਵੇਲੇ ਕੋਈ ਸਰਕਾਰ ਜਿਹੜੀ ਆ ਉਹ ਕੋਈ ਠੋਸ ਕਦਮ ਇਸ ਕਰਕੇ ਵੀ ਨਹੀਂ ਸੀ ਚੱਕ ਸਕਦੀ ਕਿ ਕੋਈ CBI ਕੋ ਕੇਸ ਸੀਗਾ। ਪਰ ਫਿਰ ਵੀ ਉਸ ਮੌਕੇ ਦੇ ਦੌਰਾਨ ਬੇਅਦਬੀ, ਬਹਿਬਲ ਕਾਂਡ, ਇਹ ਸਾਰਾ ਜਿਹੜਾ ਵੱਖਰੇ ਵੱਖਰੇ ਜਿਹੜੇ FIRs ਹੋਈਆਂ, ਪੁਲਿਸ ਦੇ ਜਿਹੜੇ ਮੁਲਾਜ਼ਮ ਇਨਵੋਲਵ ਸੀਗੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਔਰ ਹੌਲੀ ਹੌਲੀ ਉਸ ਜਿੱਦਾਂ ਉਹਨਾਂ ਦੀਆਂ ਇਨਵੈਸਟੀਗੇਸ਼ਨਸ ਕੰਪਲੀਟ ਹੁੰਦੀਆਂ ਗਈਆਂ, ਉਹਨਾਂ ਦੇ ਚਲਾਨ ਪੇਸ਼ ਕਰ ਦਿੱਤੇ ਗਏ, ਕੋਰਟ ਦੇ ਵਿੱਚ ਕੇਸ ਹੁੰਦਾ ਰਿਹਾ। ਇੱਕ ਜ਼ਰੂਰ ਇੱਕ ਬੜਾ ਵੱਡਾ ਸੈਟਬੈਕ ਲੱਗਿਆ ਕਿ ਹਾਈ ਕੋਰਟ ਨੇ ਇੱਕ ਥੋੜ੍ਹਾ ਜਿਹਾ ਪੰਜਾਬ ਸਰਕਾਰ ਦੀ ਜਿਹੜੀ ਸਿੱਟ ਵੱਲੋਂ ਜਿਹੜੀ ਰੱਖੀ ਗਈ ਸੀਗੀ ਉਹਦੇ ਅਗੇਂਸਟ ਉਹਨਾਂ ਨੇ ਐਡਵਰਸ ਆਰਡਰ ਪਾਸ ਕੀਤੇ। ਸ਼ਾਇਦ ਉਹਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ, ਪਰ ਉਹ ਤੋਂ ਇਲਾਵਾ ਜਿਹੜੀ ਗੱਲ ਆ ਬਾਕੀ ਜਿਹੜਾ ਸਾਰੇ ਜਿੰਨੇ ਵੀ ਕੇਸਿਸ ਨੇ, ਜਿੰਨੇ ਵੀ ਉਹਦੀਆਂ ਪ੍ਰੋਬਸ ਹੋਈਆਂ, ਉਹਨਾਂ ਦੇ ਉੱਤੇ ਕਾਫੀ ਹੱਦ ਤੱਕ ਸਰਕਾਰ ਨੇ ਆਪਣੇ ਪੱਖ ਗੁਰੂ ਮਹਾਰਾਜ ਦੇ ਹੱਕ ਦੇ ਵਿੱਚ ਜਾਂ ਉਹਨੂੰ ਸੰਗਤਾਂ ਦੀ ਜਸਟੀਫਿਕੇਸ਼ਨ ਵਾਸਤੇ, ਉਹਨਾਂ ਨੂੰ ਜਸਟਿਸ ਦੇਣ ਵਾਸਤੇ ਉਸ ਜਿਹੜਾ ਇਹ ਵਾਕਿਆ ਹੋਇਆ ਇਹਦੇ ਵੱਲ ਨੂੰ ਕਾਫੀ ਹੱਦ ਤੱਕ ਡਾਇਰੈਕਸ਼ਨ ਜਿਹੜੀ ਆ ਸਰਕਾਰ ਇਸ ਗੱਲ ਦੀ ਲੈ ਕੇ ਗਈ ਆ ਔਰ ਮੈਨੂੰ ਆਸ ਹੈ ਕਿਉਂਕਿ ਆ ਪਿੱਛੇ ਕੁਝ ਸਮੇਂ ਪਹਿਲਾਂ ਸਮੇਤ ਸੈਣੀ ਜੀ ਨੂੰ ਵੀ ਉਸ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਪੁਲਿਸ ਸਟੇਸ਼ਨ ਆ ਕੇ ਹਵਾਲਾਤ ਦੇ ਵਿੱਚ ਜਾਣਾ ਪਿਆ। ਸੋ ਇਹ ਇੰਡੀਕੇਸ਼ਨਸ ਹੈਗੀਆਂ ਨੇ ਕਿ ਜਿਹੜੀ ਮੂਵਮੈਂਟ ਆ ਉਹ ਕਲਪ੍ਰੇਟਸ ਵੱਲ ਨੂੰ ਤੁਰ ਰਹੀ ਆ ਔਰ ਕਿਉਂਕਿ CBI ਨੇ ਕਾਫੀ ਦੇਰ 3.5 ਸਾਲ ਸਾਡੇ ਇਹਦੇ ਵੇਸਟ ਕੀਤੇ, ਉਹਦੇ ਨਾਲ ਹੁਣ ਵੀ ਅਸੀਂ ਇਹ ਉਮੀਦਵਾਰ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਕਦੀ ਵੀ ਗੁਰੂ ਘਰ ਨਾਲ ਕੋਈ ਇਹੋ ਜਿਹਾ ਵਿਤਕਰਾ ਨਹੀਂ ਕਰ ਸਕਦੇ, ਕਦੀ ਵੀ ਉਹ ਗੁਰੂ ਘਰ ਦੇ ਨਾਲ ਇਹ ਨਹੀਂ ਸੋਚ ਸਕਦੇ ਕਿ ਵੀ ਮੈਂ, ਕਿਉਂਕਿ ਉਹ ਬਹੁਤ ਜ਼ਿਆਦਾ ਪ੍ਰਮਾਤਮਾ ਤੋਂ ਡਰਨ ਵਾਲੇ ਬੰਦੇ ਆ, ਮਾਲਕ ਦੇ ਰਜ਼ਾ ਚੱਲਣ ਵਾਲੇ ਬੰਦੇ ਆ ਔਰ ਕਦੀ ਵੀ ਮਾਲਕ ਦੇ ਕੰਮ ਦੇ ਵਿੱਚ ਕਦੀ ਉਹ ਗਲਤ ਕਦਮ ਨਹੀਂ ਚੱਕ ਸਕਦੇ। ਕੋਈ ਸਿਆਸਤ ਇਸ ਨਾਂ ਦੇ ਉੱਤੇ ਕੋਈ ਸਿਆਸਤ ਨਹੀਂ ਖੇਡ ਸਕਦੇ। ਸਿੱਕੀ ਸਾਹਿਬ, ਗੁਰੂ ਸਾਹਿਬ ਦੇ ਸਿੱਖ ਹੋਣ ਦੇ ਨਾਤੇ ਇੱਕ ਨਿੱਜੀ ਸਵਾਲ ਅਸੀਂ ਤੁਹਾਨੂੰ ਕਰਨਾ ਚਾਹੁੰਦੇ ਕਿ ਇੰਨੀਆਂ ਸਿੱਟਾਂ ਬਣੀਆਂ ਹੁਣ ਤੱਕ, ਪਹਿਲਾਂ ਤੁਸੀਂ ਦੱਸਿਆ ਕਿ ਕੇਸ CBI ਕੋਲ ਗਿਆ, ਉਸ ਤੋਂ ਬਾਅਦ ਕਿੰਨੇ ਕਮਿਸ਼ਨ ਬਣੇ, ਹਾਲੇ ਤੱਕ ਇੱਕ ਨਿੱਜੀ ਸਾਡਾ ਸਵਾਲ ਆ ਤੁਹਾਨੂੰ ਕਿ ਇਸ ਮਸਲੇ ਦੇ ਵਿੱਚ ਜੋ ਇੱਕ ਗੁਰੂ ਦਾ ਸਿੱਖ ਚਾਹੁੰਦਾ ਆ ਕਿ ਗੁਰੂ ਸਾਹਿਬ ਦੇ ਦੋਸ਼ੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੰਗਾਂ ਨੂੰ ਗਲੀਆਂ 'ਚ ਖਿਲਾਰਿਆ, ਉਹ ਹਾਲੇ ਤੱਕ ਜਿਹੜੇ ਆ ਉਹ ਸਲਾਖਾਂ ਪਿੱਛੇ ਨਹੀਂ ਨੇ, ਇਹਦੇ ਬਾਰੇ ਤੁਹਾਡੀ ਕੀ ਕਹਿਣਾ, ਤੁਸੀਂ ਕੀ ਕਹਿਣਾ? ਦੇਖੋ, ਇਹ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਹਨਾਂ ਨੂੰ ਚੰਗੇ 2 ਸਾਲ ਇਸ ਗੱਲ ਦੇ ਵਿੱਚ ਉਹ ਰਹੇ। ਉਸ ਦੌਰਾਨ ਉਹਨਾਂ ਨੇ ਜਿਹੜੀਆਂ ਵੀ ਚੀਜ਼ਾਂ ਨੂੰ, ਕਿਉਂਕਿ ਇਹ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨਸ ਹੁੰਦੀਆਂ, ਜਦੋਂ ਕੋਈ ਵੀ ਚੀਜ਼ ਇੱਦਾਂ ਦੀ ਹੁੰਦੀ ਹੈ ਅਤੇ ਪੇਪਰ ਦੇ ਉੱਤੇ ਕਿਹੜੀਆਂ ਫੈਕਟਸ ਲੈ ਗਏ, ਕਿਹੜੇ ਫੈਕਟਸ ਰਹਿ ਗਏ,
ਉਹ ਕੇਸ ਨੂੰ ਦੁਬਾਰਾ ਤਿਆਰ ਕਰਨਾ ਔਰ ਉਸ ਪੁਰਾਣਾ ਜੋ ਲਿਖਿਆ ਗਿਆ ਹੈ, ਕਿਉਂਕਿ ਉਹ ਮਿਟਾਇਆ ਤਾਂ ਜਾ ਨਹੀਂ ਸਕਦਾ, ਉਹਨੂੰ ਤੁਸੀਂ ਜਾਂ ਤਾਂ ਇਹ ਕਰੋਗੇ ਕਿ ਵੀ ਇਹ ਨਹੀਂ ਸੀਗਾ, ਉਹਦੇ ਗਵਾਹ ਜਿਹੜੇ ਆ ਜਾਂ ਕੋਈ ਹੋਰ ਆ, ਉਹ ਸਾਰੇ ਐਂਗਲਸ ਨੂੰ ਸੋਚ ਕੇ ਇਸ ਸਾਰੀ ਪ੍ਰਤੀਕਿਰਿਆ ਨੂੰ ਕੋਈ ਬਹੁਤ ਕਾਹਲੀ ਦੇ ਵਿੱਚ ਕਰਨ ਵਾਲੇ ਆਸਾਰ ਨਹੀਂ ਹੈਗੇ। ਕਿਉਂਕਿ ਦੇਖੋ ਫੜ ਕੇ ਅੰਦਰ ਕਰਨਾ ਜਾਂ ਸਲਾਖਾਂ ਦੇ ਪਿੱਛੇ ਦੇ ਦੇਣਾ, ਇਵੈਂਚੁਅਲੀ ਦੇਖੋ ਲਾਅ ਪੁਆਇੰਟ ਦੇ ਉੱਤੇ ਹੀ ਇਹ ਸਾਰਾ ਪ੍ਰੋਸੀਜਰ ਚੱਲ ਰਿਹਾ, ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਲਾਅ ਪੁਆਇੰਟ ਦੇ ਉੱਤੇ ਇਹੋ ਜਿਹਾ ਕੇਸ ਬਣੇ ਜਿਹਦੇ ਨਾਲ ਚਾਹੇ ਥੋੜ੍ਹਾ ਸਮਾਂ ਵੀ ਲੱਗ ਜਾਏ, ਪਰ ਉਸ ਸਮੇਂ ਦੇ ਨਾਲ ਉਹ ਚੀਜ਼ਾਂ ਸਾਹਮਣੇ ਆਉਣ ਜੋ ਸੱਚਾਈ ਬਿਆਨ ਕਰਦੀਆਂ ਹੋਣ। ਸਿੱਕੀ ਸਾਹਿਬ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਤਲਵੰਡੀ ਸਾਬੋ ਵੱਲ ਇੱਕ ਸਹੁੰ ਖਾਧੀ ਸੀ ਕਿ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ। ਕਿ ਲੱਕ ਟੁੱਟ ਗਿਆ ਜੀ ਪੰਜਾਬ 'ਚੋਂ ਨਸ਼ੇ ਦਾ? ਦੇਖੋ ਜਿੱਥੇ ਤਾਂ ਕੋਸ਼ਿਸ਼ ਦੀ ਗੱਲ ਹੈ ਜੀ, ਕੋਸ਼ਿਸ਼ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੂਰੀ ਕਰ ਰਹੇ ਨੇ। ਹਾਂ, ਇਹ ਜ਼ਰੂਰ ਮੈਂ ਮੰਨੂਗਾ ਤੁਹਾਡੇ ਕੋਲੇ ਕਿ ਕੋਸ਼ਿਸ਼ ਦੇ ਜਿਹੜੇ ਰਿਜ਼ਲਟ ਆ ਉਹ ਸ਼ਾਇਦ ਫੇਵਰੇਬਲ ਨਾ ਆਏ ਹੋਣ। ਕਾਫੀ ਹੱਦ ਤੱਕ ਅਸੀਂ ਜੇ ਕੇਸਿਸ ਰਿਕਵਰੀ ਦੀ ਦੇਖੀ ਜਾਵੇ ਜਾਂ ਜਿਹੜੇ ਬੰਦੇ ਇਨਵੋਲਵਡ ਆ ਉਹਨਾਂ ਨੂੰ ਜੇਲ੍ਹਾਂ ਹੋਈਆਂ ਹੋਣ, ਇਹ ਕਾਫੀ ਅਸੀਂ ਵੀ ਮੰਨਦੇ ਹਾਂ ਕਿ ਇਸ ਦੇ ਉੱਤੇ ਕਾਫੀ ਕੰਮ ਹੋਇਆ। ਪਰ ਜੇ ਕੰਪਲੀਟਲੀ ਕਹਿ ਦਈਏ ਕਿ ਜੀ ਉਸ ਗੱਲ ਨੂੰ ਆਪਾਂ ਛਾਤੀ ਠੋਕ ਕੇ ਕਹਿ ਸਕਦੇ ਹਾਂ, ਸ਼ਾਇਦ ਉਹ ਨਹੀਂ ਕਹਿ ਸਕਦੇ, ਪਰ ਉਹ ਮੁਹਿੰਮ ਵੀ ਜਾਰੀ ਹੈ ਔਰ ਜ਼ਰੂਰ ਉਹਦੇ ਵਿੱਚ ਹੌਲੀ ਹੌਲੀ ਕਰਦਿਆਂ ਅਸੀਂ ਕਾਮਯਾਬੀ ਹੌਲੀ ਹੌਲੀ ਹਾਸਲ ਜ਼ਰੂਰ ਕਰਾਂਗੇ। ਅੱਜ ਕੱਲ੍ਹ ਲੀਡਰ ਜ਼ਿਆਦਾਤਰ ਨਾਅਰਾ ਲਾਉਂਦੇ ਮੇਰਾ ਹਲਕਾ ਮੇਰਾ ਪਰਿਵਾਰ, ਕੋਈ ਕੀ ਕਾਰਨ ਰਹਿ ਗਏ ਕਿ ਹਲਕੇ ਤੋਂ ਕਾਫੀ ਦੇਰ ਦੂਰੀ ਰਹੀ ਬਣੀ? ਇਹ ਤੁਸੀਂ ਜ਼ਰੂਰ, ਕਿਉਂਕਿ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਕਿ ਕੋਈ ਕਾਰਨ ਹੋ ਸਕਦੇ ਆ ਬੰਦੇ ਦੇ ਜਿਸ ਕਰਕੇ ਗੈਰ ਹਾਜ਼ਰੀ ਰਹੀ ਹੋਵੇ, ਤੁਸੀਂ ਉਹ ਸਾਡੇ ਨਾਲ ਸਾਂਝਾ ਕਰੋ ਜ਼ਰੂਰ। ਮੇਰੇ ਹਿਸਾਬ ਨਾਲ ਜੀ ਜਦੋਂ ਸਰਕਾਰ ਬਣੀ ਆ ਪਹਿਲੇ 2 ਸਾਲ ਤਾਂ ਮੈਂ ਪੂਰਾ ਡਟ ਕੇ ਇੱਥੇ ਸੀਗਾ। ਉਸ ਤੋਂ ਬਾਅਦ ਫਿਰ ਹਾਈ ਕਮਾਂਡ ਸਾਡੀ ਜਿਹੜੀ ਸਟੇਟ ਦੇ CM ਸਾਹਿਬ ਆ ਉਹਨਾਂ ਵੱਲੋਂ ਸਾਡੀ ਜ਼ਿੰਮੇਵਾਰੀ ਲੱਗੀ ਕਿ ਇੱਕ ਭੁਲੱਥ ਹਲਕਾ ਹੈ ਉੱਥੇ ਕਾਂਗਰਸ ਜਿਹੜੀ ਆ ਉਹਨੂੰ ਮਜ਼ਬੂਤ ਕੀਤੀ ਜਾਵੇ। ਉਹ ਜ਼ਿੰਮੇਵਾਰੀ ਨੂੰ ਲੈ ਕੇ ਮੈਂ ਉੱਥੇ ਰਿਹਾ। ਉਸ ਦੌਰਾਨ ਵੀ ਥੋੜ੍ਹਾ ਜਿਹਾ ਗੈਰ ਹਾਜ਼ਰ ਰਿਹਾ। ਕੁਝ ਸਾਡੇ ਨਿੱਜੀ ਮੇਰੇ ਆਪਣੇ ਹੀ ਕੋਈ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਮੈਂ ਅੱਜ ਤੁਹਾਨੂੰ ਨਹੀਂ ਕਹਿ ਸਕਦਾ। ਮੇਰੇ ਨਿੱਜੀ ਕੁਝ ਇਹੋ ਜਿਹੇ ਪ੍ਰੋਬਲਮਸ ਜਿਹੜੀਆਂ ਆਈਆਂ, ਉਹਦੇ ਕਰਕੇ ਵੀ ਮੇਰਾ ਉਹ ਸਾਲ 1.5 ਸਾਲ ਜਿਹੜਾ ਹੈਗਾ ਉਹ ਕਾਫੀ ਵੇਸਟ ਹੋਇਆ, ਜਿੱਥੇ ਕਿ ਮੈਨੂੰ ਪਰਸਨਲੀ ਮੇਰੀ ਜਿਹੜੀ ਸਮਾਜਿਕ ਹੋਂਦ ਜਿਹੜੀ ਹੈ ਉਹ ਜਾਂ ਮੇਰੀ ਪਰਿਵਾਰਿਕ ਹੋਂਦ ਹੈ ਉਹਨੂੰ ਮੈਂ ਠੀਕ ਕਰਨ ਵਾਸਤੇ ਮੈਨੂੰ ਇਹ ਫੈਸਲਾ ਉਦੋਂ ਲੈਣਾ ਪਿਆ ਕਿ ਮੈਨੂੰ ਥੋੜ੍ਹਾ ਜਿਹਾ ਹਲਕੇ ਨੂੰ ਅਣਗੌਲਿਆਂ ਕਰਕੇ ਅਤੇ ਮੈਨੂੰ ਆਪਣੇ ਥੋੜ੍ਹਾ ਜਿਹਾ ਬਿਜ਼ਨਸ ਵੀ ਸੀਗਾ, ਕੁਛ ਪਰਿਵਾਰ ਦੀਆਂ ਕੋਈ ਘਰ ਦੀਆਂ ਕੋਈ ਗੱਲਾਂ ਸੀਗੀਆਂ, ਉਹਨਾਂ ਵਿੱਚ ਅਸੀਂ ਉਹ ਗੈਰ ਹਾਜ਼ਰ ਰਹੇ ਹਾਂ 1.5 ਸਾਲ। ਅਤੇ ਉਸ ਤੋਂ ਬਾਅਦ ਹੁਣ ਫਿਰ ਇਸ ਸਾਲ ਦੇ ਆਰੰਭ ਤੋਂ ਫਿਰ ਜ਼ੋਰ ਮਾਰ ਕੇ ਇੱਥੇ ਹੈਗੇ ਹਾਂ। ਕੁਛ ਹਾਲਾਤ ਕਰੋਨਾ ਕਰਕੇ ਵੀ ਫੇਵਰੇਬਲ ਨਹੀਂ ਰਹੇ। ਕਰੋਨਾ ਦੇ ਵਿੱਚ ਵੀ ਅਸੀਂ ਕਾਫੀ ਲੋਕਾਂ ਦੇ ਵਿੱਚ ਸਾਡੀਆਂ ਟੀਮਾਂ ਨੇ ਸਰਕਾਰ ਦੀ ਜਿਹੜੀ ਮਦਦ ਆਈ ਆ ਉਹ ਵੀ, ਔਰ ਸਰਕਾਰ ਦੀ ਮਦਦ ਆਉਣ ਤੋਂ ਪਹਿਲਾਂ ਕੁਛ ਅਸੀਂ ਸਾਰੀ ਟੀਮ ਨੇ ਇਕੱਠਿਆਂ ਹੋ ਕੇ ਨਿੱਜੀ ਤੌਰ 'ਤੇ ਆਪਣੇ ਪਰਸਨਲ ਫੰਡਾਂ ਦੇ ਵਿੱਚੋਂ ਲੋਕਾਂ ਦੇ ਨਾਲ ਉਹ ਗੈਪ ਨੂੰ ਬ੍ਰਿਜ ਕੀਤਾ। ਸੋ ਜ਼ਰੂਰ ਸਾਲ 1.5 ਸਾਲ ਤਾਂ ਉਹਦੇ 'ਚ ਲੋਕਾਂ ਨੂੰ ਪਰੇਸ਼ਾਨੀ ਵੀ ਆਈ ਆ, ਔਖਿਆਈ ਵੀ ਆ, ਔਰ ਕਿਸੇ ਹੱਦ ਤੱਕ ਮੈਂ ਮੰਨਦਾ ਕਿ ਉਹਨਾਂ 'ਚ ਥੋੜ੍ਹਾ ਰੋਸ ਵੀ ਹੈ। ਔਰ ਮੈਂ ਇੱਕ ਵਾਰੀ ਫਿਰ ਆਪ ਦੇ ਮਾਧਿਅਮ ਰਾਹੀਂ ਆਪਣੇ ਸਾਰੀਆਂ ਭਰਾਵਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਈ ਵਾਰੀ ਔਖਾ ਟਾਈਮ ਪਰਿਵਾਰਾਂ 'ਚ ਆ ਜਾਂਦਾ। ਮੇਰਾ ਖਿਆਲ ਇਹ ਸਾਰੇ ਜਿਹੜੇ ਪਰਿਵਾਰ ਦੇ ਮੁਖੀ ਹੋਣਗੇ ਮੇਰੇ ਹਲਕੇ ਦੇ, ਉਹ ਸਾਰੇ ਸਮਝਦੇ ਹੋਣਗੇ ਕਿ ਕੁਛ ਇਹੋ ਜਿਹਾ ਕੰਮ ਆ ਜਾਂਦਾ ਜਿੱਥੇ ਤੁਸੀਂ ਬਾਹਰ ਨਿਕਲ ਕੇ ਕਹਿ ਵੀ ਨਹੀਂ ਸਕਦੇ। ਔਰ ਉਸ ਸਾਰੀ ਗੱਲ ਨੂੰ ਸੋਚਦਿਆਂ ਹੋਇਆਂ ਮੈਂ ਜੇ ਕਿਸੇ ਨੂੰ ਕੋਈ ਉਸ ਵਕਤ ਦੇ ਉਸ ਸਮੇਂ ਦੇ 2 ਸਾਲਾਂ ਦੇ ਦੌਰਾਨ ਕੋਈ ਕਿਸੇ ਨੂੰ ਰੋਸ ਹੋਵੇ ਜਾਂ ਮੇਰੇ 'ਤੇ ਗੁੱਸਾ ਵੀ ਹੋਵੇ, ਮੈਂ ਮਾफ़ੀ ਵੀ ਮੰਗੂੰਗਾ। ਪਰ ਮੈਂ ਇਹ ਵੀ ਕਹੂੰਗਾ ਕਿ ਮੇਰੀ ਇੰਟੈਂਸ਼ਨ ਕਦੀ ਮਾੜੀ ਨਹੀਂ। ਮੈਂ ਕਦੀ ਇਹ ਨਹੀਂ ਚਾਹੁੰਦਾ ਕਿ ਮੈਂ ਕਿਸੇ ਨੂੰ ਬੇਵਕੂਫ ਬਣਾਵਾਂ, ਪਰ ਹਾਲਾਤ ਕੁਛ ਇਹੋ ਜਿਹੇ ਸੀਗੇ ਕਿ ਮੈਨੂੰ ਆਪਣੇ ਆਪ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਰਹਿਣ ਕਰਕੇ
ਮੈਨੂੰ ਥੋੜ੍ਹਾ ਜਿਹਾ ਸਮਾਂ ਘੱਟ ਦੇਣਾ ਪਿਆ। ਵਿਰੋਧੀਆਂ ਵੱਲੋਂ ਦੋਸ਼ ਲੱਗਦੇ ਸਿੱਖੀ ਸਾਹਿਬ ਕਿ ਹਲਕੇ ਦਾ ਵਿਕਾਸ ਨਹੀਂ ਹੋਇਆ। ਤੁਸੀਂ ਜਿਵੇਂ ਦੱਸ ਦਿੱਤਾ ਕਿ ਕਿੰਨਾ ਕਾਰਨਾਂ ਕਰਕੇ ਕਿ ਤੁਹਾਡੀ ਡਿਊਟੀ ਲੱਗੀ ਸੀਗੀ ਜਾਂ ਕੁਝ ਘਰੇਲੂ ਜਿਹੜੀਆਂ ਸਮੱਸਿਆਵਾਂ ਉਹਨਾਂ ਕਰਕੇ ਹਲਕੇ ਤੋਂ ਦੂਰੀ ਰਹੀ। ਹਲਕੇ ਦੇ ਵਿਕਾਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਖਡੂਰ ਸਾਹਿਬ ਹਲਕੇ? ਮੇਰਾ ਖਿਆਲ ਹੈ ਜੀ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਕਾਫੀ ਇੱਕ ਵੱਡਾ ਅਸੀਂ ਸੁਣਨ ਨੂੰ ਮਿਲਦਾ ਸੀਗਾ ਕਿ ਜਿੰਨੇ ਪੈਸੇ ਆ ਗਏ ਉਨੇ ਪੈਸੇ ਅੱਗੇ ਲੱਗੇ ਨਹੀਂ ਜਾਂ ਉਹ ਲੱਗ ਨਹੀਂ ਪਾਏ। ਮੈਂ ਇਹ ਮੰਨਦਾ ਜੀ ਕਿ ਹਲਕੇ ਦਾ ਜਿਹੜਾ ਵਿਕਾਸ ਹੈ ਨਾ ਜੀ, ਕਾਫੀ ਹੱਦ ਤੱਕ ਸਾਡੀਆਂ ਟੀਮਾਂ ਨੇ ਇਹ ਕੀਤਾ, ਕਿਉਂਕਿ ਸਾਨੂੰ ਹਲੇ ਸਿਰਫ ਸਰਪੰਚੀ ਆਏ ਨੂੰ ਤਾਂ 2.5 ਸਾਲ ਹੀ ਹੋਇਆ ਜੀ। 2.5 ਸਾਲਾਂ ਦੇ ਵਿੱਚ ਕਾਫੀ ਲੋਕਾਂ ਨੇ ਕੰਮ ਕੀਤਾ, ਕਾਫੀ ਪਿੰਡਾਂ ਦੇ ਵਿੱਚ ਵਿਕਾਸ ਵੀ ਹੋਇਆ, ਔਰ ਜਿਹੜਾ ਕੋਈ ਕੁਛ ਰਹਿ ਗਿਆ ਹੋਏਗਾ ਉਹ ਵੀ ਅਸੀਂ ਵਚਨਬੱਧ ਹਾਂ ਕਿ ਉਹਨੂੰ ਕੰਪਲੀਟ ਕਰਾਂਗੇ। ਕਿਉਂਕਿ ਇੱਕ ਗੱਲ ਤਾਂ ਪੱਕੀ ਹੈ ਜੀ ਕਿ ਰਮਨਜੀਤ ਸਿੰਘ ਸਿੱਕੀ ਨੇ ਕਦੀ 65-35 ਵਾਲੀ ਰਾਜਨੀਤੀ ਨਹੀਂ ਕੀਤੀ, ਕਦੀ ਕੋਈ ਪਰਚਿਆਂ ਵਾਲੀ ਰਾਜਨੀਤੀ ਨਹੀਂ ਕੀਤੀ, ਵੈਰ ਵਿਰੋਧ ਵਾਲੀ ਰਾਜਨੀਤੀ ਨਹੀਂ ਕੀਤੀ। ਸੋ ਵਿਕਾਸ ਲਈ ਜਿਹੜਾ ਫੰਡ ਆਇਆ ਹੈ ਉਹ ਵਿਕਾਸ ਦੇ ਵਿੱਚ ਹੋਏਗਾ। ਹਾਂ, ਇਹ ਜ਼ਰੂਰ ਹੈ ਕਿ ਕਈ ਵਾਰੀ ਸਾਡੇ ਕਾਂਗਰਸ ਭਰਾਵਾਂ ਨੂੰ ਪਿਛਲੇ 10-15 ਸਾਲਾਂ 'ਚ ਇੰਨਾ ਕੁ ਹੀ ਪਛਾੜਿਆ ਗਿਆ ਸੀ ਕਿ ਹੌਲੀ ਹੌਲੀ ਜਿਹੜੇ ਫੰਡ ਆਏ ਆ ਉਹ ਸਾਰਿਆਂ ਦੇ ਖਾਤੇ ਦੇ ਵਿੱਚ ਜਾ ਕੇ ਕੋਈ ਕੰਮ ਸਾਡੇ ਬੰਦਿਆਂ ਦੇ ਵੀ ਰਹਿ ਗਏ ਹੋਣਗੇ ਜਾਂ ਕੋਈ ਜਰਨਲ ਕੋਈ ਰਹਿ ਗਿਆ ਹੋਊਗਾ। ਇਹ ਸਾਰੇ ਮੈਂ ਵੀ ਵਚਨਬੱਧ ਹਾਂ ਕਿ ਜਿਹੜੇ ਪੈਸੇ ਆਉਂਦੇ ਆ ਉਹ ਕਿਤੇ ਗਲਤ ਜਗ੍ਹਾ ਜਾਂ ਕਿਸੇ ਦੀ ਜੇਬ 'ਚ ਨਹੀਂ ਜਾਣਗੇ, ਔਰ ਜ਼ਰੂਰ ਲੋਕਾਂ ਦੇ ਕੰਮ ਹੋਣਗੇ। ਜਿਹੜਾ ਕੋਈ ਰਹਿ ਗਿਆ ਹੋਊਗਾ ਉਹ ਵੀ ਅੱਗੇ ਅਸੀਂ ਵਚਨਬੱਧ ਹਾਂ ਕੰਪਲੀਟ ਕਰਕੇ ਦਿਆਂਗੇ, ਕਿਉਂਕਿ ਉਹ 65-35 ਵਾਲੀ ਜਿਹੜੀ ਰਾਜਨੀਤੀ ਉਹ ਤਾਂ ਸਾਡੇ ਸਾਰੀ ਟੀਮ 'ਚ ਹੀ ਹੈ ਨਹੀਂ। ਸਿੱਕੀ ਸਾਹਿਬ, ਸਾਡਾ ਆਖਰੀ ਸਵਾਲ ਕਿ 2022 ਦੀਆਂ ਚੋਣਾਂ 'ਚ ਲੋਕ ਕਾਂਗਰਸ ਨੂੰ ਵੋਟ ਕਿਉਂ ਦੇਣ, ਇਹ ਦੱਸੋ ਜੀ। ਮੇਰਾ ਖਿਆਲ ਹੈ ਜੀ ਕਿ ਕਾਂਗਰਸ ਨੂੰ ਵੋਟ ਮੈਂ ਤਾਂ ਇਹ ਹੱਕ 'ਚ ਮੰਨੂਗਾ ਕਿਉਂਕਿ ਸਾਡੇ ਕੋਲ ਤਕਰੀਬਨ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਜਿਹੜੀ ਲੁੱਟ ਖਸੁੱਟ ਉਹ ਨਹੀਂ ਚੱਲੀ, ਇੱਕ ਜਿਹੜੀ ਆ ਬਦਲਾਖੋਰੀ ਰਾਜਨੀਤੀ ਜਿਹੜੀ ਆ ਪਰਚਿਆਂ ਦੀ ਇਹ ਨਹੀਂ ਚੱਲੀ, ਇੱਕ ਸਾਡੀਆਂ ਟੀਮਾਂ ਨਵੀਆਂ ਜ਼ਰੂਰ ਨੇ, ਪਹਿਲੀ ਵਾਰੀ 15 ਸਾਲ 20 ਸਾਲ ਤੋਂ ਬਾਅਦ ਪਹਿਲੀ ਵਾਰੀ ਸਰਪੰਚੀਆਂ ਆਈਆਂ। ਅਸੀਂ ਸਾਡੇ ਜਿਹੜੇ ਮੋਹਤਵਾਰ ਨੇ ਉਹ ਸ਼ਾਇਦ ਉਸ ਜ਼ਿੰਮੇਵਾਰੀ ਨੂੰ ਸਮਝਦੇ ਹਾਂ, ਕੁਛ ਪਹਿਲਾਂ ਟਾਈਮ ਪਹਿਲੇ ਇਨੀਸ਼ੀਅਲ ਫੇਜ਼ ਦੇ ਵਿੱਚ ਲੱਗਿਆ ਹੋਏਗਾ, ਪਰ ਹੁਣ ਮੈਨੂੰ ਜੋ ਮਹਿਸੂਸ ਹੁੰਦਾ ਹੈ ਜਾਂ ਮੇਰੇ ਕੋਲੋਂ ਆ ਕੇ ਜਦੋਂ ਕੰਮ ਕਰਾਉਂਦੇ ਨੇ ਮੈਨੂੰ ਲੱਗ ਰਿਹਾ ਕਿ ਉਹ ਡਿਵੈਲਪਮੈਂਟ ਕਾਰਜ ਵੀ ਬੜੇ ਹਾਈ ਸਪੀਡ 'ਤੇ ਚੱਲੇ ਆ। ਤੁਸੀਂ ਬਾਕੀ ਸਾਰਿਆਂ ਇਲਾਕਿਆਂ ਦੇ ਵਿੱਚ ਜੇ ਕਿਤੇ ਤੁਸੀਂ ਮੈਨੂੰ ਮੌਕਾ ਦਿਓ ਮੈਂ ਤੁਹਾਨੂੰ ਕਈਆਂ ਪਿੰਡਾਂ 'ਚ ਲੈ ਕੇ ਜਾਊਂਗਾ ਜਿੱਥੇ ਬਹੁਤ ਵਧੀਆ ਤਰੀਕੇ ਨਾਲ ਕੰਮ ਹੋਇਆ ਹੈ, ਔਰ ਉਹਨਾਂ ਰੋਲ ਮਾਡਲਾਂ ਦੇ ਉੱਤੇ ਅਸੀਂ ਬਾਕੀ ਵੀ ਚੱਲਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਦੇਖੋ 360 ਰੁਪਏ ਜਿਹੜਾ ਗੰਨੇ ਦਾ ਰੇਟ ਕੀਤਾ, ਜ਼ਿਮੀਂਦਾਰਾਂ ਨੂੰ ਬਚਾਉਣ ਲਈ ਕੀਤਾ। ਕੋਵਿਡ ਦੀ ਮਾਰ ਜਾਂ ਪਹਿਲਾਂ ਅਕਾਲੀ ਦਲ ਦੇ ਵਿੱਚ ਖਜ਼ਾਨਾ ਖਾਲੀ ਹੁੰਦਿਆਂ ਵੀ 4600 ਕਰੋੜ ਰੁਪਏ ਕਿਸਾਨਾਂ ਦਾ ਕਰਜ਼ਾ, 5 ਲੱਖ ਤੋਂ ਵੱਧ 5.5 ਲੱਖ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਆ। ਇਹ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਜਾਰੀ ਨੇ। ਜਿਹੜੇ ਆ 3 ਕਾਨੂੰਨ ਬਣੇ ਆ ਉਹਨਾਂ ਦੇ ਉੱਤੇ ਵੀ ਜਿਹੜੀ ਅੰਦੋਲਨ ਚੱਲਿਆ ਹੈਗਾ, ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿੱਖ ਭਾਈਚਾਰੇ, ਸਾਰੇ ਕਿਸਾਨ ਭਾਈਚਾਰੇ ਨੂੰ ਆਪਣੇ ਪੰਜਾਬ ਦੇ ਵਿੱਚ ਕੋਈ ਰੋਕ ਹੀ ਨਹੀਂ ਕੀਤੀ। ਫਿਰ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜੇ ਕੋਈ ਉੱਥੇ ਸੰਘਰਸ਼ ਵੇਲੇ ਕੋਈ ਸ਼ਹੀਦ ਹੋਏ ਨੇ ਉਹਨਾਂ ਨੂੰ ਬਕਾਇਦਾ ਕਾਫੀ ਮੁਆਵਜ਼ਾ ਵੀ, ਮਹਾਰਾਜ ਕਿਰਪਾ, ਪਰਿਵਾਰ ਨੂੰ ਕਿਸੇ ਦੇ ਮੌਤ ਦਾ ਕੋਈ ਮੁੱਲ ਨਹੀਂ ਹੈ, ਪਰ ਉਹਦੇ ਪਰਿਵਾਰ ਨੂੰ ਇੱਕ ਸਹਾਇਤਾ ਦੇਣ ਵਾਸਤੇ, ਕੋਈ ਨੌਕਰੀ ਦੇਣ ਵਾਸਤੇ ਉਹ ਵਚਨਬੱਧ ਹੋਏ ਆ। ਉਹਨਾਂ ਨੇ ਉਹ ਸਾਰੀਆਂ ਗੱਲਾਂ ਕੀਤੀਆਂ। ਹਰ ਗੱਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਪਾਰਟੀ ਨੇ ਲੋਕਾਂ ਲਈ ਸੋਚਿਆ ਹੈ। ਹਾਂ, ਹਾਲਾਤ ਕੁਛ ਇਹੋ ਜਿਹੇ ਰਹੇ ਕਿ ਖਜ਼ਾਨੇ ਦੇ ਵਿੱਚ ਅਸੀਂ ਜਿੱਦਾਂ ਖਜ਼ਾਨੇ ਨੂੰ ਸਟਰੋਂਗ ਕਰਦੇ ਰਹੇ ਉਦੋਂ ਦਾ ਕੋਈ ਕੋਵਿਡ ਦੀ ਮਾਰ ਆ ਗਈ ਜਾਂ ਕੋਈ ਹੋਰ ਹੋ ਗਿਆ, GST ਲੱਗ ਗਈ, ਨੋਟਬੰਦੀਆਂ ਪਹਿਲਾਂ ਲੱਗ ਗਈਆਂ। ਸੋ ਇਹਦਾ ਸਾਨੂੰ ਖਮਿਆਜਾ ਅੱਜ ਵੀ GST ਦੀਆਂ ਪੇਮੈਂਟਾਂ ਸੈਂਟਰ ਗੌਰਮੈਂਟ ਤੋਂ ਬੜੀਆਂ ਲੈਣ ਵਾਲੀਆਂ ਰਹਿੰਦੀਆਂ ਨੇ। ਕਣਕ, ਝੋਨਾ ਬਾਖੂਬੀ ਕੋਵਿਡ ਵੇਲੇ ਵੀ ਘਰੋਂ ਘਰੀ ਪਰਚੀਆਂ ਦੇ ਕੇ ਬੜੇ ਸੁਚੱਜੇ ਢੰਗ ਨਾਲ ਚੱਕੀਆਂ ਗਈਆਂ, ਲੋਕਾਂ ਦੇ ਘਰਾਂ ਦੇ ਵਿੱਚ ਪੈਸੇ ਅਕਾਊਂਟ ਦੇ ਵਿੱਚ ਵੀ ਆਏ। ਸੋ ਮੈਂ ਮੰਨਦਾ ਕਿ ਓਵਰਆਲ ਜੇ ਦੇਖਿਆ ਜਾਵੇ ਇਹ ਰਾਜ ਭਾਗ ਜਿਹੜਾ ਹੋਇਆ ਇਹ ਲੋਕਾਂ ਦੇ ਹੱਕ ਦਾ ਹੋਇਆ।
ਜਿੱਦਾਂ ਤੁਸੀਂ ਪਹਿਲਾਂ ਮੈਨੂੰ ਆਖਿਆ ਸੀ ਕਿ ਨਸ਼ਿਆਂ ਦੀ ਪ੍ਰੋਬਲਮ ਆ, ਹਾਂ ਨਸ਼ਿਆਂ ਦੀ ਪ੍ਰੋਬਲਮ ਕਿਸੇ ਹੱਦ ਤੱਕ ਹੈਗੀ ਆ, ਪਰ ਮੈਂ ਇਹ ਕਹਿੰਦਾ ਕਿ ਕਾਫੀ ਹੱਦ ਤੱਕ ਇਹਨੂੰ ਠੱਲ ਪਾਈ ਗਈ ਆ। ਔਰ ਅੱਗੇ ਵੀ ਔਰ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਇਹ ਨਹੀਂ ਕਿ ਸਹੁੰ ਚੱਕੀ ਉਹਨਾਂ ਨੇ ਤੇ ਉਹਨਾਂ ਨੇ ਘਰ ਸੌਂ ਗਏ। ਉਹਨਾਂ ਨੇ ਵੀ STF ਫਾਰਮ ਕੀਤਾ, STF ਦੇ ਉੱਤੇ ਫਿਰ ਉਹਨਾਂ ਨੇ ਕਾਰਵਾਈ ਕਰਕੇ ਕਾਫੀ ਜਿਹੜੇ ਹੈਗੇ ਆ ਤੁਹਾਡੇ ਜਿਹੜੇ ਡਰੱਗ ਸਮਗਲਰ ਸੀਗੇ ਉਹਨਾਂ ਤੱਕ ਪਹੁੰਚ ਕੀਤੀ, ਉਹਨਾਂ ਨਾਲ ਫੜ ਕੇ ਅੰਦਰ ਕੀਤੇ। ਸੋ ਇਹ ਜਿਹੜਾ ਕਾਰਵਾਈ ਹੈ ਇਹ ਚੱਲਦਾ ਰਿਹਾ ਔਰ ਕਦੀ ਇਹ ਨਹੀਂ ਇੰਟੈਂਸ਼ਨ ਹੋਈ। ਕੈਪਟਨ ਅਮਰਿੰਦਰ ਸਿੰਘ ਦੇਖੋ, ਅਸੀਂ ਉਹਨਾਂ ਨਾਲ ਮਿਲਦੇ ਹਾਂ, ਉਹਨਾਂ ਨਾਲ ਸਾਰਾ ਕੁਝ ਅਸੀਂ ਡਿਸਕਸ ਵੀ ਕਰਦੇ ਹਾਂ। ਅਸੀਂ ਕਦੀ ਵੀ ਉਹਨਾਂ ਦੀ ਇਹ ਨਹੀਂ ਮਹਿਸੂਸ ਕਰਦੇ ਕਿ ਉਹਨਾਂ ਦੀ ਇਹ ਇੰਟੈਂਸ਼ਨ ਹੈ ਕਿ ਚਲੋ ਕੋਈ ਨਹੀਂ ਜੀ ਨਸ਼ੇ ਵੇਖ ਲੈਣ ਦਿਓ। ਔਰ ਜਦੋਂ ਵੀ ਉਹਨਾਂ ਨੂੰ ਜਿੱਥੇ ਵੀ ਪਤਾ ਲੱਗਦਾ, ਔਰ ਅਸੀਂ ਵੀ ਆਪਣੇ ਲੈਵਲ 'ਤੇ ਵੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਅਸੀਂ ਉਹ ਕਰਦੇ ਹਾਂ ਅਤੇ ਕਾਫੀ ਹੱਦ ਤੱਕ ਇਹਨੂੰ ਕੰਟਰੋਲ ਵੀ ਕਰ ਰਹੇ ਹਾਂ। ਲੈਪਸਿਸ ਜ਼ਰੂਰ ਰਹੇ ਹੋਣਗੇ ਕਿਉਂਕਿ ਪੁਰਾਣੀਆਂ ਸਾਂਝਾਂ ਜਿਹੜੇ ਵੇਚਣ ਵਾਲੇ ਜਾਂ ਜਿਹੜੇ ਫੜਨ ਵਾਲੇ ਆ ਉਹਨਾਂ ਦੀਆਂ ਪੁਰਾਣੀਆਂ ਸਾਂਝਾਂ ਜਿੱਥੇ ਕਿਤੇ ਨਹੀਂ ਉਹ ਟੁੱਟਿਆ ਨੈਕਸਸ, ਉੱਥੇ ਉਹ ਜ਼ਰੂਰ ਇਸ ਗੱਲ ਨੂੰ ਹੋਇਆ ਕਿ ਅਸੀਂ ਕਈ ਵਾਰੀ ਇਹ ਵੀ ਗੱਲ ਕਰਦੇ ਹਾਂ ਕਿ ਨਸ਼ਾ ਮਹਿੰਗਾ ਜਿਹੜਾ ਇੰਨਾ ਕਹਿੰਦੇ ਹੋ ਗਿਆ, ਉਹਦਾ ਕਾਰਨ ਇਹ ਹੈ ਕਿ ਸਪਲਾਈ ਚੇਨ ਕਿਤੇ ਨਾ ਕਿਤੇ ਉਹ ਡਿਸਟਰਬ ਹੋਈ ਆ। ਉਹਦੇ ਨਾਲ ਹੀ ਉਹਦੀ ਜਿਹੜੀ ਸਪਲਾਈ ਪੂਰੀ ਨਹੀਂ ਹੋਣ ਕਰਕੇ ਉਹਦੇ ਰੇਟ ਵਧੇ ਹੋਣਗੇ। ਲੋਕ ਡਰਦੇ ਨੇ, ਜਿੱਥੇ ਕਤਾਈਆਂ ਰਹੀਆਂ ਵੀ ਆ ਉਹਨਾਂ ਨੂੰ ਠੀਕ ਕੀਤਾ ਜਾਏਗਾ। ਇਸ ਕਰਕੇ ਵੀ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਦੁਬਾਰਾ ਸਰਕਾਰ ਦੇ ਵਿੱਚ ਲਿਆਓ, ਕਿਉਂਕਿ ਇਹ ਇੱਕ ਨਿਰਪੱਖ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ। ਗਰੀਬਾਂ ਦੀ ਆਪਣੀ ਪਾਰਟੀ ਆ ਔਰ ਜ਼ਿਮੀਂਦਾਰਾਂ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਸਾਥ ਦਿੱਤਾ। ਸੋ ਇੱਕ ਡਿਵੈਲਪਮੈਂਟ ਵੱਲੋਂ ਵੀ ਉਹਨਾਂ ਨੇ ਐਤਕੀ ਪੈਸੇ ਪੂਰੇ ਭੇਜੇ ਆ। ਸੋ ਮੈਂ ਚਾਹੁੰਦਾ ਕਿ ਇਹ ਸਾਰੀਆਂ ਗੱਲਾਂ ਦੇਖਦਿਆਂ ਹੋਇਆਂ ਕਿ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ। D5 ਪ੍ਰੋ ਪੰਜਾਬੀ TV ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਸਿੱਕੀ ਸਾਹਿਬ ਤੁਹਾਡਾ ਧੰਨਵਾਦ ਹੈ ਜੀ। ਥੈਂਕ ਯੂ ਜੀ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਗਿਣਦਾ ਕਿ ਤੁਸੀਂ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਮੈਨੂੰ ਇਹ ਟਾਈਮ ਦਿੱਤਾ ਔਰ ਕੋਸ਼ਿਸ਼ ਕਰਾਂਗੇ ਕਿ ਆਪਾਂ ਹੋਰ ਵੀ ਤੁਹਾਨੂੰ ਮੈਂ ਲੈ ਕੇ ਚੱਲਾਂ ਜਿੱਥੇ ਜਿੱਥੇ ਜਿਹੜੇ ਨਗਰਾਂ ਦੇ ਵਿੱਚ ਚੰਗਾ ਕੰਮ ਹੋਇਆ, ਜਾਂ ਮੈਂ ਵੀਡੀਓਜ਼ ਬਣਾ ਕੇ ਤੁਹਾਨੂੰ ਭੇਜੂੰਗਾ ਜਿੱਥੇ ਤੁਸੀਂ ਉਹਨੂੰ ਵੀ ਹਾਈਲਾਈਟ ਕਰ ਸਕਦੇ ਹੋ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਕਰਦੇ ਰਵਾਂਗੇ। ਹਾਂ, ਅਸੀਂ ਪਰਫੈਕਟ ਸ਼ਾਇਦ ਨਹੀਂ ਹੋ ਸਕਦੇ, ਪਰ ਸਾਡੀ ਕੋਸ਼ਿਸ਼ ਜਿਹੜੀ ਆ ਉਹ ਦਿਲੋਂ ਹੈ ਔਰ ਇਮਾਨਦਾਰੀ ਦੇ ਨਾਲ ਹੈ। ਧੰਨਵਾਦ ਜੀ। ਸੋ ਇਹ ਸਨ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸਰਦਾਰ ਰਮਨਜੀਤ ਸਿੰਘ ਸਿੱਕੀ, ਜਿਨ੍ਹਾਂ ਨੇ ਅੱਜ D5 ਪ੍ਰੋ ਪੰਜਾਬੀ TV 'ਤੇ ਆਪਣੇ ਵਿਚਾਰ ਸਾਂਝੇ ਕੀਤੇ ਆ। ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਗੁਰੂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ